ਮੈਂ ਤੱਕੀ ਤਉ ਸ਼ਰਣਾਏ ਜੀਓ। ਮੈਂ ਆਸ ਰੱਖੀ ਚਿਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸਿਵਕ ਜਨ ਮੰਨੈ, ਪਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸਿਵਕ ਜਨ ਮੰਨੈ, ਪਰਤਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਅਸਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਾਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮੀ ਉਮਾਹੜਾ, ਕਿਉ ਮਿਲੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾਂ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਆਪ ਤਿਆਗ ਬਿਨਤੀ ਕਰੈ, ਲਿਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨ ਆਏ। ਅਸੂ ਸੁਖੀ ਵਸੰਦੀਆਂ, ਜਿਨਾ ਮਇਆ ਹਰ ਰਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰਿ ਸ਼ਰਨ ਆਏ। ਅਸੂ ਸੁਖੀ ਵਸੰਦੀਆਂ, ਜਿਨਾ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਜਹਾਨ, ਸਰਬ ਮਨੁੱਖਤਾ ਸਰਬ ਕਾਇਨਾਤ ਦੇ ਸਾਂਝੇ ਰਹਿਬਰ, ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ ਵਡਭਾਗੇ ਹਾਂ।
ਅੱਜ ਅੱਸੂ ਦੇ ਮਹੀਨੇ ਦੀ ਆਰੰਭਤਾ ਦੇ ਦਿਹਾੜੇ ਤੇ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਇਹਨਾਂ ਪਾਵਨ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਜੁੜ ਮਿਲ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਕਰਨ ਦਾ ਯਤਨ ਕਰ ਰਹੇ ਸਾਂ। ਦਾਸ ਤੋਂ ਪਹਿਲਾਂ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਾਹਿਬਾਂ ਦੀ ਇਲਾਹੀ ਪਾਵਨ ਬਾਣੀ ਦੇ ਸ਼ਬਦ ਗਾਇਨ ਰੂਪ ਦੇ ਵਿੱਚ ਸਰਵਣ ਕੀਤੇ ਤੇ ਸ਼ਬਦ ਸਰਵਣ ਕਰਵਾਏ ਜਾ ਰਹੇ ਸਨ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਕੁਝ ਸਵਾਲ ਆਪ ਮੁਹਾਰੇ ਹੀ ਸਾਡੇ ਅੰਦਰ ਖੜੇ ਹੋ ਜਾਂਦੇ ਨੇ, ਜਿਵੇਂ ਕਿ ਜਦੋਂ ਸੱਚੀ ਦੀ ਗੱਲ ਆਈ ਤੇ ਕੱਚੇ ਵੀ ਨੇ, ਜਦੋਂ ਪੂਰੇ ਦੀ ਗੱਲ ਆਈ ਤੇ ਅਧੂਰੇ ਵੀ ਨੇ। ਕੱਲ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਦਿਹਾੜਾ ਸਾਰੀ ਸਿੱਖ ਜਗਤ ਨੇ, ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸੀ, ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ। ਭਾਵ ਉਸ ਦਾ ਇਹੀ ਸੀ ਕਿ ਸਤਿਗੁਰ ਜੀ ਸਿੱਖ ਦੇ ਜੀਵਨ ਦੇ ਵਿੱਚ ਨਿਰਲਤੋਈ ਲਿਆਉਣਾ ਚਾਹੁੰਦੇ ਸਨ, ਨਵੇਕਲਾਪਨ ਲਿਆਉਣਾ ਚਾਹੁੰਦੇ ਸਨ। ਜਿਹੜੇ ਖਾਲਸੇ ਦੀ ਸਾਜਣਾ ਕੀਤੀ ਸਾਹਿਬ ਜੀ ਨੇ, ਸਤਿਗੁਰ ਜੀ ਕਹਿੰਦੇ ਮੈਂ ਇਸ ਦੇ ਵਿੱਚ ਰਲਾ ਨਹੀਂ ਚਾਹੁੰਦਾ। ਤੇ ਸਤਿਗੁਰ ਜੀ ਨੇ ਰਲਾ ਕੱਢਣ ਦੇ ਲਈ ਵਿੱਚੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਈ, ਪ੍ਰਕਾਸ਼ ਕੀਤਾ, ਤਾਂ ਜੋ ਮੇਰਾ ਸਿੱਖ ਨਿਰੋਲ ਉਸ ਅਧਿਆਤਮਕ ਬਾਣੀ ਦੇ ਨਾਲ ਜੁੜੇ, ਜਿਸ ਬਾਣੀ ਦੇ ਨਾਲ ਜੁੜ ਕੇ ਕਦੀ ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਨੂੰ ਉਸ ਪਰਮ ਪਦਵੀ ਤੱਕ ਪਹੁੰਚਾ ਦਿੱਤਾ ਕਿ ਇੱਕ ਉਹ ਸਮਾਂ ਆਇਆ ਜਦੋਂ ਝਾਤ ਮਾਰ ਕੇ ਵੇਖੀ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਬੀੜ ਬਾਬਾ ਬੁੱਢਾ ਜੀ ਵਿਖੇ, ਬਾਬਾ ਬੁੱਢਾ ਜੀ ਉਹ ਸ਼ਖਸ ਸਨ, ਸਿੱਖ ਸੀ, ਜਿਨ੍ਹਾਂ ਨੂੰ ਆਪ ਬੁਲਾ ਕੇ ਸਤਿਗੁਰਾਂ ਨੇ ਬੀੜ ਸਾਹਿਬ ਬਾਬਾ ਬੁੱਢਾ ਜੀ ਦੇ ਸਿਰ ਦੇ ਉੱਤੇ ਸੁਸ਼ੋਭਿਤ ਕੀਤੀ। ਆਪ ਪਿੱਛੇ ਪਿੱਛੇ ਤੁਰ ਕੇ ਚਵਰ ਕਰਕੇ ਜਾ ਰਹੇ ਸਨ। ਸਿੱਖ ਨੂੰ ਏਡੀ ਵਡਿਆਈ ਦਿੱਤੀ, ਇੰਨੀ ਮਹਾਨਤਾ ਦਿੱਤੀ, ਕਿੱਥੋਂ? ਗੁਰੂ ਦੀ ਪਾਵਨ ਬਾਣੀ ਦੇ ਨਾਲ ਜੁੜ ਕੇ ਮਿਲ ਪਈ ਸੀ। ਤੇ ਸਤਿਗੁਰ ਜੀ ਦੇ ਉਹ ਪਾਵਨ ਬਚਨ ਆਪ ਜੀ ਗਾਇਨ ਰੂਪ ਦੇ ਵਿੱਚ ਵੀ ਸਰਵਣ ਕਰ ਰਹੇ ਸੀ ਕਿ ਸਾਹਿਬ ਜੀ ਕਹਿੰਦੇ ਮੇਰਾ ਸਿੱਖ ਜਿੱਥੇ ਵੀ ਹੋਵੇ ਉਹ ਸੱਚੀ ਬਾਣੀ ਦੇ ਨਾਲ ਜੁੜੇ, ਉਹ ਕੱਚੀ ਬਾਣੀ ਦੇ ਨਾਲ ਜੁੜ ਕੇ ਕਿਤੇ ਆਪਣੇ ਜੀਵਨ ਨੂੰ ਕੱਚ ਵਰਗਾ ਨਾ ਬਣਾ ਲਵੇ। ਤੇ ਕੱਚ ਭਾਵੇਂ ਜਿੰਨਾ ਮਰਜ਼ੀ ਹੋਵੇ ਕੀਮਤ ਨਹੀਂ ਪੈਂਦੀ, ਤੇ ਜਿਹੜੇ ਕੀਮਤੀ ਹੀਰੇ ਮੋਤੀ ਨੇ ਸਾਹਿਬ ਜੀ ਕਹਿੰਦੇ ਉਹ ਭਾਵੇਂ ਮਨੁੱਖ ਨੇ ਥੋੜੀ ਜੀ ਮਾਤਰਾ ਦੇ ਵਿੱਚ ਹੋਵੇ ਤਾਂ ਕੀਮਤ ਪੈ ਜਾਂਦੀ ਹੈ ਉਹਨਾਂ ਦੀ। ਤੇ ਸਤਿਗੁਰ ਜੀ ਨੇ ਸਿੱਖ ਨੂੰ ਵੀ ਕੀਮਤੀ ਬਣਾਇਆ ਸੀ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਨ, ਸਾਹਿਬ ਜੀ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਮੈਂ ਗੁਰੂ ਦੀ ਵਿਚਾਰਧਾਰਾ ਦੀ ਉੱਤੇ ਤੁਰ ਪਿਆ, ਗੁਰੂ ਨੇ ਮੈਨੂੰ ਕੀਮਤੀ ਵਿਚਾਰਾਂ ਵਾਲਾ ਬਣਾ ਦਿੱਤਾ। ਇਹ ਜੋ ਕੀਮਤੀ ਜੀਵਨ ਸੀ ਜਿਸ ਨੂੰ ਮੈਂ ਵਿਅਰਥ ਗਵਾ ਰਿਹਾ ਸਾਂ, ਸਾਹਿਬ ਜੀ ਕਹਿੰਦੇ ਗੁਰੂ ਦੇ ਨਾਲ ਜੁੜ ਕੇ ਗੁਰੂ ਨੇ ਆਪਣੀ ਪਦਵੀ ਵਰਗਾ ਵੀ ਬਣਾ ਦਿੱਤਾ। ਜਿਨ੍ਹਾਂ ਨੇ ਭਾਵਨਾ ਦੇ ਨਾਲ ਗੁਰੂ ਦੇ ਦਰ ਦੇ ਉੱਤੇ ਸੇਵਾ ਸਿਮਰਨ ਕੀਤਾ। ਭਾਈ ਲਹਿਣਾ ਜੀ ਦਾ ਜੀਵਨ ਸਾਡੇ ਸਾਹਮਣੇ ਹੈ। 8 ਸਾਲ ਗੁਰੂ ਦਰ ਦੇ ਉੱਤੇ ਸੇਵਾ ਕੀਤੀ, ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੇ ਨਾਲ ਜੁੜੇ। ਤੇ ਇੱਕ ਦਿਨ ਉਹ ਸਮਾਂ ਆਇਆ ਜਿਸ ਦਿਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਅੰਗ ਦੇ ਨਾਲ ਲਾ ਕੇ ਅੰਗਦ ਬਣਾ ਦਿੱਤਾ। ਅੱਜ ਅੱਸੂ ਦੇ ਮਹੀਨੇ ਦੀ ਆਰੰਭਤਾ ਹੈ ਤੇ ਸਾਹਿਬ ਜੀ ਨੇ ਆਰੰਭ ਕੀਤੀ, ਕਹਿੰਦੇ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਾਰ ਜਾਏ। ਤੇ ਆਰੰਭਤਾ ਦੇ ਵਿੱਚ ਗੱਲ ਹੀ ਸਤਿਗੁਰ ਜੀ ਨੇ ਪ੍ਰੇਮ ਦੀ ਕੀਤੀ ਹੈ। ਸਤਿਗੁਰ ਜੀ ਕਹਿੰਦੇ ਜਿਨ੍ਹਾਂ ਨੇ ਸੱਚ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮਾ ਭਗਤੀ ਕੀਤੀ, ਉਸ ਦੀ ਸ਼ਬਦ ਦੇ ਨਾਲ ਜੁੜੇ ਨੇ, ਉਹਨਾਂ ਨੇ ਸੱਚ ਕਰਕੇ ਗੁਰੂ ਦੇ ਨਾਲ ਸਾਂਝ ਪਾ ਲਈ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਹਿਬ ਜੀ ਕਹਿੰਦੇ ਇਹ ਮਾਰਗ ਇਹੋ ਜਿਹਾ ਏ, ਇੱਥੇ
ਕੋਈ ਹੱਠ ਧਰਮੀ ਆਵੇ, ਹੱਠ ਕਰਕੇ ਕਵੇ ਮੈਂ ਪ੍ਰਾਪਤ ਕਰ ਲਵਾਂ। ਸਾਹਿਬ ਜੀ ਕਹਿੰਦੇ ਇਹ ਬਾਬੇ ਨਾਨਕ ਨੇ ਨਿਰਮਲ ਪੰਥ ਚਲਾਇਆ ਹੋਇਆ। ਨਿਰਮਲ ਕਹਿੰਦੇ ਬਹੁਤ ਸੌਖਾ ਜਿਹੜਾ ਹੋਵੇ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਤੇ ਸਾਹਿਬ ਜੀ ਕਹਿੰਦੇ ਇਸ ਨਿਰਮਲ ਪੰਥ ਦੇ ਅਗਰ ਪਾਂਧੀ ਬਣਨਾ ਹੈ ਤੇ ਹੱਠ ਧਰਮੀ ਤੈਨੂੰ ਛੱਡਣੀ ਪਵੇਗੀ। ਆਪਣਾ ਹੱਠ ਪੁਣਾ ਛੱਡਣਾ ਪਵੇਗਾ। ਢੀਠ ਪੁਣਾ ਛੱਡ ਕੇ ਜਿਸ ਦਿਨ ਗੁਰੂ ਦੇ ਨਾਲ ਪ੍ਰੇਮਾ ਭਗਤੀ ਦੇ ਰਾਹੀਂ ਜੁੜ ਗਿਆ, ਸਮਝ ਲਈ ਗੁਰੂ ਦੇ ਨਾਲ ਤੇਰੀ ਸਾਂਝ ਪੈ ਜਾਵੇਗੀ। ਸਤਿਗੁਰੂ ਜੀ ਕਹਿੰਦੇ ਗੁਰੂ ਜੀਵਨ ਦੇ ਵਿੱਚ ਹਰ ਇੱਕ ਥਾਂ ਦੇ ਉੱਤੇ ਸਹਾਈ ਹੁੰਦਾ ਹੈ। ਬਸ ਇਹ ਹੈ ਕਿ ਮਨੁੱਖ ਨੂੰ ਭਾਵਨਾ ਦੇ ਨਾਲ ਕੋਈ ਆ ਕੇ ਗੁਰੂ ਦੇ ਨਾਲ ਵਿਚਾਰਾਂ ਤਾਂ ਕਰੇ। ਸਾਹਿਬ ਜੀ ਹਰ ਇੱਕ ਥਾਂ ਦੇ ਉੱਤੇ ਉਸ ਦੇ ਨਾਲ ਜੁੜ ਕੇ ਬੈਠੇ। ਸਾਹਿਬ ਜੀ ਕਹਿੰਦੇ ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਾਰ ਜਾਏ। ਕਹਿੰਦੇ ਭਾਦੋਂ ਦਾ ਮਹੀਨਾ ਬਤੀਤ ਹੋਇਆ, ਦੁਚਿੱਤੀ ਦੀ ਭਾਵਨਾ ਬਣੀ ਹੋਈ ਸੀ। ਦੋ ਭਾਵ ਬਣੇ ਹੋਏ ਸੀ ਭਾਦੋਂ ਦੇ ਮਹੀਨੇ 'ਚ। ਇੱਕਦਮ ਗਰਮੀ ਤੇ ਇੱਕਦਮ ਬਰਸਾਤ ਵੀ ਹੋ ਜਾਣੀ। ਦੋ ਭਾਅ ਜੀਵਨ ਦੇ ਵਿੱਚ ਬਣੇ ਹੋਏ ਸਨ। ਸਾਹਿਬ ਜੀ ਕਹਿੰਦੇ ਜਦੋਂ ਇਸ ਤੋਂ ਉੱਪਰ ਉੱਠ ਕੇ ਇਹ ਅੱਸੂ ਦਾ ਮਹੀਨਾ ਆਇਆ, ਬਦਲਾਵ ਇੱਕ ਸ਼ੁਰੂ ਹੋਇਆ। ਠੰਡ ਨੇ ਦਸਤਕ ਦੇਣੀ ਆਰੰਭ ਕਰ ਦਿੱਤੀ ਹੈ। ਇਸ ਮਹੀਨੇ ਤੋਂ ਠੰਡ ਦੇ ਮਹੀਨੇ ਹੁਣ ਆਰੰਭ ਹੋ ਜਾਣਗੇ, ਬਦਲਾਵ ਆਉਣਾ ਸ਼ੁਰੂ ਹੋ ਗਿਆ ਹੈ। ਸਾਹਿਬ ਜੀ ਕਹਿੰਦੇ ਜਦੋਂ ਮੈਂ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ, ਗੁਰੂ ਨੇ ਮੇਰੇ ਜੀਵਨ ਦੇ ਵਿੱਚੋਂ ਦੁਚਿੱਤੀ ਵਾਲੀ ਭਾਵਨਾ ਜਿਹੜੀ ਉਹ ਖਤਮ ਕਰ ਦਿੱਤੀ। ਭਾਦੋਂ ਦੇ ਮਹੀਨੇ ਤੱਕ ਕਿ ਮੈਂ ਗੁਰੂ ਘਰ ਜਾਵਾਂ ਕਿ ਨਾ ਜਾਵਾਂ, ਕਈ ਵਾਰ ਦੋ ਭਾਅ ਮਨੁੱਖ ਦੇ ਅੰਦਰ ਵੀ ਬਣੇ ਹੁੰਦੇ ਨੇ ਕਿ ਮੈਂ ਇਸ ਰਸਤੇ ਦੇ ਉੱਤੇ ਤੁਰਾਂ ਕਿ ਨਾ ਤੁਰਾਂ। ਕਈ ਵਾਰ ਮਨੁੱਖ ਮਨ ਕਰਕੇ ਸੋਚਦਾ ਏ ਕਿ ਮੈਂ ਖੰਡੇ ਬਾਟੇ ਦੀ ਪਾਹੁਲ ਲੈ ਲਵਾਂ, ਫਿਰ ਕਈ ਵਾਰ ਪੈਰ ਕਦਮ ਪਿੱਛੇ ਪੱਟ ਲੈਂਦਾ ਹੈ। ਦੋ ਭਾਅ ਮਨ ਦੇ ਵਿੱਚ ਬਣੇ ਰਹਿੰਦੇ ਨੇ ਕਿ ਹਜੇ ਰੁਕ ਜਾਈਏ, ਕੁਝ ਸਮਾਂ ਬਾਅਦ ਫਿਰ ਖੰਡੇ ਬਾਟੇ ਦੀ ਪਾਹੁਲ ਲੈ ਲਵਾਂਗੇ। ਦੋ ਭਾਅ ਬਣੇ ਸੀ, ਦੁਚਿੱਤੀ ਦੀ ਭਾਵਨਾ ਬਣੀ ਹੋਈ ਸੀ। ਤੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਭਾਦੋਂ ਦੇ ਮਹੀਨੇ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਕਮਾਇਆ ਏ, ਜਿਨ੍ਹਾਂ ਨੇ ਗੁਰੂ ਦੇ ਲੜ ਲੱਗੇ ਭਾਦੋਂ ਦੇ ਮਹੀਨੇ ਦੇ ਵਿੱਚ, ਸਾਹਿਬ ਜੀ ਕਹਿੰਦੇ ਭਾਦੋਂ ਦੇ ਮਹੀਨੇ ਦੀ ਸਮਾਪਤੀ ਹੁੰਦੇ ਹੁੰਦੇ ਜੀਵਨ ਕੁਝ ਇਹੋ ਜਿਹਾ ਬਣਨਾ ਚਾਹੀਦਾ ਸੀ ਕਿਸੇ ਭਾਦੋਂ ਨਰਕ ਨ ਪਾਹੀਏ ਗੁਰ ਰੱਖਣ ਵਾਲਾ ਹੇਤ। ਇਹ ਵਿਸ਼ਵਾਸ ਵੱਜ ਜਾਣਾ ਚਾਹੀਦਾ ਸੀ। ਅਗਰ ਇਹ 12 ਮਾਹ ਪਾਵਨ ਬਾਣੀ ਦੇ ਰਾਹੀਂ ਜੀਵਨ ਜਿਉਣਾ, 12 ਮਹੀਨਿਆਂ ਦੇ ਵਿੱਚ ਗੁਰਮਤਿ ਸਿੱਖਣੀ ਹੈ, ਤੇ ਸਾਹਿਬ ਜੀ ਕਹਿੰਦੇ ਭਾਦੋਂ ਦੇ ਮਹੀਨੇ ਦੀ ਆਰੰਭਤਾ ਤੱਕ ਇਹ ਮਨ ਦੇ ਵਿੱਚ ਦ੍ਰਿੜਤਾ ਆ ਜਾਣੀ ਚਾਹੀਦੀ ਸੀ ਕਿ ਗੁਰ ਰੱਖਣ ਵਾਲਾ ਹੇਤ, ਕਿ ਹਰ ਇੱਕ ਥਾਂ ਦੇ ਉੱਤੇ ਗੁਰੂ ਮੇਰੀ ਬਾਹ ਫੜ ਕੇ ਹਰ ਇੱਕ ਸਮੇਂ ਦੇ ਵਿੱਚੋਂ ਵਿਪਤਾ ਦੇ ਰਾਹੀਂ ਮੈਨੂੰ ਬਾਹਰ ਕੱਢ ਸਕਦਾ। ਤੇ ਸਾਹਿਬ ਜੀ ਕਹਿੰਦੇ ਜਦੋਂ ਇਹ ਦੁਚਿੱਤੀ ਦੀ ਭਾਵਨਾ ਦੇ ਵਿੱਚੋਂ ਮੈਂ ਬਾਹਰ ਆਇਆ, ਹੁਣ ਅਸਨ ਪ੍ਰੇਮ ਉਮਾਹੜਾ, ਮਨ ਦੇ ਵਿੱਚ ਮੇਰੇ ਉਮਾਹ ਪੈਦਾ ਹੋ ਗਈ ਹੈ, ਇੱਕ ਉਮੰਗ ਪੈਦਾ ਹੋ ਗਈ ਹੈ, ਇੱਕ ਚਾਉ ਅਤੇ ਇੱਕ ਖੇੜਾ ਪੈਦਾ ਹੋ ਗਿਆ ਹੈ। ਕਿਉਂ ਮਿਲੀਏ ਹਾਰ ਜਾਏ। ਸਾਹਿਬ ਜੀ ਕਿਸ ਤਰੀਕੇ ਦੇ ਨਾਲ ਮੈਂ ਤੁਹਾਡੇ ਨਾਲ ਹੁਣ ਸਾਂਝ ਪਾ ਸਕਦਾ। ਇਹ ਤਾਂ ਪਤਾ ਲੱਗ ਗਿਆ ਕਿ ਗੁਰ ਰੱਖਣ ਵਾਲਾ ਹੇਤ, ਗੁਰੂ ਮੇਰੀ ਰੱਖਿਆ ਕਰਨ ਵਾਲਾ ਹੈ। ਹੁਣ ਅੱਸੂ ਦਾ ਮਹੀਨਾ ਚੜਿਆ ਏ, ਸਤਿਗੁਰ ਜੀ ਇਹ ਮਾਰਗ ਦਰਸਾਓ, ਕਿਉਂ ਮਿਲੀਏ ਹਾਰ ਜਾਏ, ਕਿਸ ਤਰੀਕੇ ਦੇ ਨਾਲ ਇਹ ਅੱਸੂ ਦੇ ਮਹੀਨੇ ਨੂੰ ਮੈਂ ਸਫਲਾ ਕਰ ਸਕਦਾ। ਆਪਣੇ ਮਾਰਗ ਦੇ ਉੱਤੇ ਚੱਲ ਕੇ, ਇਸ ਨਿਰਮਲ ਪਾਂਧੀ ਦੇ ਰਾਹ ਦੇ ਉੱਤੇ ਚੱਲ ਕੇ ਮੈਂ ਆਪਣੇ ਆਪ ਨੂੰ ਵੀ ਕਿਸ ਤਰੀਕੇ ਦੇ ਨਾਲ ਬਾਬੇ ਨਾਨਕ ਦਾ ਸਿੱਖ ਬਣਾ ਸਕਦਾ। ਸਾਹਿਬ ਜੀ ਕਹਿੰਦੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਸਾਹਿਬ ਜੀ ਕਹਿੰਦੇ ਮਨ ਅਤੇ ਤਨ ਕਰਕੇ ਹੁਣ ਪਿਆਸ ਪੈਦਾ ਹੋ ਗਈ। ਜਿੰਨੀ ਦੇਰ ਤੱਕ ਮਨੁੱਖ ਦੇ ਅੰਦਰ ਭੁੱਖ ਨਾ ਹੋਵੇ ਤੇ ਸਾਹਮਣੇ ਭਾਵੇਂ 36 ਪ੍ਰਕਾਰ ਦੇ ਭੋਜਨ ਪਏ ਰਹਿਣ ਤੇ ਉਹ ਸਵਾਦਲੇ ਨਹੀਂ ਲੱਗਦੇ। ਪਿਆਸ ਨਾ ਲੱਗੀ ਹੋਵੇ
ਤੇ ਸਾਹਮਣੇ ਭਾਵੇਂ ਤਰ੍ਹਾਂ ਤਰ੍ਹਾਂ ਦੇ ਤਰਲ ਪਦਾਰਥ ਵੀ ਹੋਣ, ਕੋਲਡ ਡਰਿੰਕ ਪਈ ਹੋਵੇ, ਹੋਰ ਚੀਜ਼ਾਂ ਹੋਣ, ਪਰ ਉਹ ਮਨੁੱਖ ਨੂੰ ਪੀਣ ਦਾ ਮਨ ਨਹੀਂ ਕਰੇਗਾ, ਕਿਉਂਕਿ ਪਿਆਸ ਨਹੀਂ ਹੈ। ਕਵੇਗਾ ਨਹੀਂ ਹੁਣ ਨਹੀਂ ਮੈਂ ਪੀਵਾਂਗਾ। ਜਦੋਂ ਪਿਆਸ ਲੱਗੀ ਹੋਵੇ ਫਿਰ ਨਹੀਂ ਮਨੁੱਖ ਵੇਖਦਾ ਠੰਡਾ ਪਾਣੀ ਹੈ, ਗਰਮ ਹੈ, ਤੱਤਾ ਹੈ, ਕੋਸਾ ਹੈ, ਜਿਹੋ ਜਿਹਾ ਹੈ, ਕਹਿੰਦਾ ਪਹਿਲਾਂ ਮੈਂ ਇੱਕ ਗਲਾਸ ਪੀ ਲਵਾਂ, ਮੇਰੀ ਜਿਹੜੀ ਪਿਆਸ ਹੈ ਇਹ ਥੋੜੀ ਜਿਹੀ ਬੁਝ ਜਾਵੇ, ਫਿਰ ਮੈਂ ਸੋਚਾਂਗਾ। ਸਤਿਗੁਰ ਜੀ ਨੇ ਵੀ ਕੁਛ ਇਸੇ ਤਰੀਕੇ ਦੇ ਨਾਲ, ਜਿੱਥੇ ਮਨ ਦੀ ਆਪਾਂ ਤਨ ਦੀ ਤ੍ਰਿਪਤੀ ਦੀ ਗੱਲ ਕੀਤੀ ਹੈ, ਸਤਿਗੁਰ ਜੀ ਦੀ ਪਾਵਨ ਬਾਣੀ ਮਨੁੱਖ ਦੇ ਅਧਿਆਤਮਕ ਨੂੰ ਉੱਚਾ ਚੁੱਕਣ ਦਾ ਯਤਨ ਕਰਦੀ ਹੈ। ਸਤਿਗੁਰ ਜੀ ਨੇ ਮਨੁੱਖ ਦੇ ਅਧਿਆਤਮਕ ਨੂੰ ਉੱਚਾ ਚੁੱਕਣ ਦੇ ਲਈ ਵੀ ਇੱਕ ਥਾਲ ਪਰੋਸ ਕੇ ਰੱਖਿਆ ਸੀ ਕਿ ਮਨ ਤਨ ਪਿਆਸ ਦਰਸ਼ਨ ਘੜੀ। ਕਹਿੰਦੇ ਮਨ ਅਤੇ ਤਨ ਦੀ ਪਿਆਸ ਮੇਰੀ ਬੜੀ, ਹੁਣ ਦਰਸ਼ਨਾਂ ਦੀ ਤਾਂਘ ਲੈ ਕੇ ਸਤਿਗੁਰ ਜੀ ਬਿਲਲਾ ਰਹੀਏ, ਕੋਈ ਮਾਰਗ ਦੱਸੋ। ਕਹਿੰਦੇ ਤਨ ਦੀ ਆਪਾਂ ਨੂੰ ਪਿਆਸ ਲੱਗੀ ਹੋਵੇ, ਤਨ ਦੀ ਭੁੱਖ ਲੱਗੀ ਹੋਵੇ, ਤਾਂ ਅਸੀਂ ਆਪ ਯਤਨ ਕਰਕੇ ਉਹ ਭੁੱਖ ਨੂੰ ਖਤਮ ਕਰ ਸਕਦੇ ਹਾਂ। ਸਾਹਿਬ ਜੀ ਮਨ ਦੀ ਵੀ ਪਿਆਸ ਹੈ, ਦਰਸ਼ਨਾਂ ਦੀ ਘਣੀ ਲੱਗੀ ਹੋਈ। ਤੇ ਸਾਹਿਬ ਜੀ ਕਹਿੰਦੇ ਅਗਰ ਮਨ ਨੂੰ ਤ੍ਰਿਪਤ ਕਰਨਾ ਚਾਹੁੰਦਾ ਏ ਤੇ ਗੁਰੂ ਨੇ ਉਹ ਵੀ ਥਾਲ ਸਜਾਇਆ ਹੋਇਆ ਏ। ਗੁਰਬਾਣੀ ਦੇ ਰਾਹੀਂ ਗੁਰੂ ਨੇ ਉਹ ਥਾਲ ਸਜਾ ਕੇ ਤੇਰੇ ਸਾਹਮਣੇ ਰੱਖਿਆ ਏ, ਪਰ ਉਸ ਥਾਲ ਦੇ ਵਿੱਚੋਂ ਭੋਜਨ ਛਕਣ ਦੇ ਲਈ ਕੁਝ ਉਦਮ ਕਰਨਾ ਪਵੇਗਾ। ਆਪਾਂ ਸਤਿਗੁਰ ਜੀ ਦੀ ਉਹ ਪਾਵਨ ਪੰਕਤੀਆਂ ਰੋਜ਼ ਹੀ ਪੜ੍ਹਦੇ ਹਾਂ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ, ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਭ ਸੇ ਆਧਾਰ। ਹੁਣ ਥਾਲ ਸਾਡੇ ਸਾਹਮਣੇ ਹੈ ਤੇ ਆਪਾਂ ਨੂੰ ਹੱਥ ਹਿਲਾ ਕੇ ਇੱਕ ਬੁਰਕੀ ਤੋੜ ਕੇ ਮੁੱਖ ਦੇ ਵਿੱਚ ਪਾਉਣੀ ਪੈਂਦੀ ਹੈ, ਤਾਂ ਸਾਡੀ ਭੁੱਖ ਜਿਹੜੀ ਖਤਮ ਹੁੰਦੀ ਹੈ। ਅਸੀਂ ਗੁਰੂ ਘਰ ਆਏ, ਕਈ ਵਾਰ ਸਾਡੀ ਇਹ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਲੰਬਾ ਸਮਾਂ ਹੋ ਗਿਆ ਗੁਰੂ ਦੇ ਦਰ ਦੇ ਉੱਤੇ ਆਉਂਦਿਆਂ ਨੂੰ, ਪਰ ਜੀਵਨ ਦੇ ਵਿੱਚ ਕੋਈ ਬਦਲਾਅ ਹੀ ਨਹੀਂ ਆਇਆ। ਜੀਵਨ ਜਿਵੇਂ ਦਾ ਪਹਿਲਾਂ ਸੀ ਉਵੇਂ ਦਾ ਹੀ ਚੱਲਿਆ ਆ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਕੁਝ ਯਤਨ ਕਰਨਾ ਪਵੇਗਾ। ਗੁਰੂ ਨੇ ਤਾਂ ਥਾਲ ਪਰੋਸ ਕੇ ਰੱਖਿਆ ਏ, ਅਸੀਂ ਨਤਮਸਤਕ ਵੀ ਹੋਏ ਗੁਰੂ ਦੇ ਅੱਗੇ, ਪਰ ਹੱਥ ਹਿਲਾ ਕੇ ਰਮਾਲਾ ਚੱਕ ਕੇ ਉਸ ਥਾਲ ਦੇ ਵਿੱਚੋਂ ਭੋਜਨ ਗ੍ਰਹਿਣ ਕਰਨਾ ਪਵੇਗਾ। ਗੁਰੂ ਨੇ ਥਾਲ ਸਜਾਇਆ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ, ਸੰਤੋਖ ਵਿਚਾਰ। ਗੁਰੂ ਨੇ ਅੰਮ੍ਰਿਤ ਰੂਪੀ ਪਾਵਨ ਬਾਣੀ ਦਾ ਇਹ ਥਾਲ ਸਜਾਇਆ ਹੋਇਆ ਏ, ਜਿਸ ਥਾਲ ਦੇ ਵਿੱਚੋਂ ਭੋਜਨ ਗ੍ਰਹਿਣ ਕਰਕੇ ਜੀਵਨ 'ਚ ਸਤ ਵੀ ਆਵੇਗਾ, ਸੰਤੋਖ ਵੀ ਆਵੇਗਾ, ਧੀਰਜ, ਦਇਆ, ਧਰਮ, ਖਿਮਾ ਵਾਲੇ ਗੁਣ ਵੀ ਆਉਣਗੇ। ਉਹ ਕਦੋਂ ਆਉਣਗੇ? ਜਦੋਂ ਆਪ ਯਤਨ ਕਰਕੇ ਇਸ ਥਾਲ ਦੇ ਵਿੱਚੋਂ ਅਸੀਂ ਭੋਜਨ ਗ੍ਰਹਿਣ ਕਰਾਂਗੇ। ਤੇ ਜਿਨ੍ਹਾਂ ਨੇ ਭੋਜਨ ਗ੍ਰਹਿਣ ਕੀਤਾ ਇਸ ਥਾਲ ਦੇ ਵਿੱਚੋਂ, ਜਿਨ੍ਹਾਂ ਨੇ ਸੱਚ ਕਰਕੇ ਗੁਰਬਾਣੀ ਨੂੰ ਵਿਚਾਰਿਆ ਏ, ਪੜ੍ਹਿਆ ਏ, ਆਪਣੇ ਮਨ ਦੇ ਆਧਾਰ ਬਣਾਇਆ ਏ, ਤੇ ਸਾਹਿਬ ਜੀ ਕਹਿੰਦੇ ਉਹਨਾਂ ਦਾ ਜੀਵਨ ਨਿਹਾਲ ਹੋ ਗਿਆ ਏ। ਜਿਵੇਂ ਸਾਹਿਬ ਜੀ ਦੀ ਪਾਵਨ ਬਾਣੀ ਆਸਾ ਰਾਗ ਦੇ ਵਿੱਚੋਂ ਸਤਿਗੁਰ ਜੀ ਦੀਆਂ ਦੋ ਪੰਕਤੀਆਂ ਨੇ ਕਿ ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ। ਕੀ ਹੋਇਆ? ਸਾਹਿਬ ਜੀ ਕਹਿੰਦੇ ਗੁਰੂ ਨੇ ਜੀਵਨ ਦੇ ਵਿੱਚ ਇਹ ਭੰਡਾਰ, ਇਹ ਲਾਲ ਦਿੱਤੇ ਸਨ, ਥਾਲ ਸਜਾ ਕੇ ਰੱਖਿਆ। ਗੁਰਬਾਣੀ ਲਾਲ ਰੂਪੀ ਗੁਰੂ ਨੇ ਇਹ ਥਾਲ ਸਜਾਇਆ ਸੀ, ਪਰ ਜਿਨ੍ਹਾਂ ਨੇ ਗਾਵਿਆ ਹੈ, ਜਿਨ੍ਹਾਂ ਨੇ ਸੁਣਿਆ ਹੈ ਤੇ ਜਿਨ੍ਹਾਂ ਨੇ ਕਮਾਇਆ ਹੈ, ਸਾਹਿਬ ਜੀ ਕਹਿੰਦੇ ਜੀਵਨ ਨਿਹਾਲ ਹੋ ਗਿਆ ਹੈ। ਫਿਰ ਜੀਵਨ ਸੱਚ ਕਰਕੇ ਉਸ ਮਾਰਗ ਦੇ ਉੱਤੇ ਤੁਰ ਪਿਆ, ਜਿਸ ਦੀ ਗੱਲ ਸਤਿਗੁਰ ਜੀ ਇਸ ਅੱਸੂ ਦੇ ਮਹੀਨੇ ਦੇ ਵਿੱਚ ਕਰ ਰਹੇ ਨੇ ਕਿ ਅਸੁਨ ਪ੍ਰੇਮੇ ਉਮਾਹੜਾ। ਹੁਣ ਉਮਾ ਮੇਰੇ ਜੀਵਨ ਦੇ ਵਿੱਚ ਪੈਦਾ ਹੋਈਏ, ਤੇ ਸਾਹਿਬ ਜੀ ਕਹਿੰਦੇ ਉਹਨਾਂ ਨੇ ਜਿਨ੍ਹਾਂ ਨੇ ਗੁਰੂ ਦੇ ਇਸ ਥਾਲ ਦੇ ਵਿੱਚੋਂ ਇਹ ਭੋਜਨ ਨੂੰ ਗ੍ਰਹਿਣ ਕਰ ਲਿਆ ਏ, ਮੰਨ ਲਿਆ ਏ, ਉਹਨਾਂ ਦਾ ਜੀਵਨ ਨਿਹਾਲ ਬਣ ਗਿਆ। ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸਤਿਗੁਰ ਜੀ ਨੇ ਉਸ ਪਾਵਨ ਬਾਣੀ ਦੇ ਵਿੱਚ ਪਹਿਲਾਂ ਸੁਣਨ ਦੀ ਗੱਲ ਕੀਤੀ ਏ ਤੇ ਦੂਜੀ ਮੰਨਣ ਦੀ ਗੱਲ ਕੀਤੀ। ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਕੰਨਾਂ ਕਰਕੇ ਗੁਰੂ ਦੀ ਪਾਵਨ ਬਾਣੀ ਨੂੰ ਸੁਣਿਆ ਏ ਉਹ ਵੀ ਮਹਾਨ ਨੇ, ਉਹ ਵੀ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਨੇ, ਮੁਬਾਰਕ ਹੈ। ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਏ ਤਾਂ ਫਿਰ ਸਾਹਿਬ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ
ਜਿਨ੍ਹਾਂ ਨੇ ਮੰਨ ਲਈ ਗੁਰੂ ਦੀ ਗੱਲ, ਉਹ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਂਦੇ। ਘਰ ਦੇ ਵਿੱਚ ਮਾਪੇ ਨੇ, ਵੱਡੇ ਨੇ, ਅਗਰ ਕੋਈ ਵੱਡਾ ਸਿਆਣਾ ਬੰਦਾ ਕੋਈ ਗੱਲ ਘਰ ਦੇ ਵਿੱਚ ਕਹਿ ਲਵੇ ਤਾਂ ਕੋਈ ਮੰਨ ਲਵੇ ਤਾਂ ਬਜ਼ੁਰਗ ਵੀ ਖੁਸ਼ ਹੋ ਜਾਂਦੇ ਨੇ ਤੇ ਮਨੁੱਖ ਦਾ ਜੀਵਨ ਵੀ ਕਈ ਵਾਰ ਸਿੱਧੇ ਰਸਤੇ ਦੇ ਉੱਤੇ ਪੈ ਜਾਂਦਾ ਹੈ। ਸਾਹਿਬ ਜੀ ਕਹਿੰਦੇ ਹੁਣ ਮੇਰੇ ਮਨ ਦੇ ਵਿੱਚ ਮਨ ਤਨ ਪਿਆਸ ਦਰਸ਼ਨ ਘਣੀ, ਮੇਰੇ ਮਨ ਅਤੇ ਤਨ ਦੇ ਵਿੱਚ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ। ਸਾਹਿਬ ਜੀ ਕੋਈ ਵਸੀਲਾ ਕਰੋ ਜਿਨ੍ਹਾਂ ਦੇ ਰਾਹੀਂ ਮੈਂ ਇਸ ਤਾਂਘ ਨੂੰ ਮਿਟਾ ਸਕਾਂ। ਤੇ ਸਾਹਿਬ ਜੀ ਕਹਿੰਦੇ ਆ ਵਸੀਲਾ ਦੱਸਣ ਲੱਗਾ ਵਾਂ। ਕੌਣ ਨੇ ਜਿਹੜੇ ਤੇਰੀ ਇਸ ਤਾਂਘ ਨੂੰ ਮਿਟਾ ਸਕਦੇ ਨੇ? ਕੌਣ ਨੇ ਜੋ ਮਿਲਾ ਸਕਦੇ ਨੇ? ਸਾਹਿਬ ਜੀ ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਹਾਉ ਤਿਨ ਕੈ ਲਾਗਾ ਪਾਏ। ਕੋਈ ਆਣ ਮਿਲਾਵੇ ਮਾਏ। ਕੌਣ ਨੇ ਸਾਹਿਬ ਜੀ ਜਿਹੜੇ ਮਿਲਾ ਸਕਦੇ ਨੇ, ਮੇਰੇ ਮਨ ਦੀ ਤ੍ਰਿਪਤੀ ਕਰਦੇ ਨੇ? ਤੇ ਸਤਿਗੁਰ ਜੀ ਨੇ ਅਗਲੀ ਪੰਕਤੀ 'ਚ ਜਵਾਬ ਬੜਾ ਸੁੰਦਰ ਦਿੱਤਾ, ਕਹਿੰਦੇ ਸੰਤ ਸਹਾਈ ਪ੍ਰੇਮ ਕੇ। ਕਹਿੰਦੇ ਤੇਰੀ ਸਾਂਝ ਪਵਾ ਸਕਦੇ ਨੇ ਗੁਰੂ ਦੇ ਨਾਲ ਪ੍ਰੇਮਾ ਭਗਤੀ ਦੇ ਰਾਹੀਂ। ਕੌਣ? ਜਿਹੜੇ ਸਤਿਪੁਰਖ ਨੇ, ਜਿਨ੍ਹਾਂ ਨੇ ਸੱਚ ਕਰਕੇ ਆਪ ਪਹਿਲਾਂ ਗੁਰਬਾਣੀ ਦਾ ਪੜ੍ਹ ਕੇ ਆਪਣਾ ਜੀਵਨ ਉਸ ਵਰਗਾ ਬਣਾਇਆ ਹੋਇਆ ਹੈ। ਹੁਣ ਸਤਿਗੁਰ ਜੀ ਨੇ ਪਾਵਨ ਬਾਣੀ ਜਦੋਂ ਪੜ੍ਹਦੇ ਪਹਿਲਾਂ ਵੀ ਇੱਕ ਦਿਨ ਵਿਚਾਰ ਕੀਤੀ ਸੀ। ਹੁਣ ਸਤਿਗੁਰ ਜੀ ਨੇ ਲਫ਼ਜ਼ ਜਦੋਂ ਸੰਤ ਵਰਤਿਆ ਹੈ ਤਾਂ ਸਾਡੇ ਦਿਮਾਗ ਦੇ ਵਿੱਚ ਇੱਕ ਅਕਸ਼ ਬਣ ਜਾਵੇਗਾ ਕਿ ਕਿਸੇ ਖਾਸ ਪਹਿਰਾਵਾ ਜਿਸ ਨੇ ਪਾਇਆ ਉਹੀ ਸੰਤ ਹੋ ਸਕਦਾ। ਪਰ ਜਦੋਂ ਸਤਿਗੁਰ ਜੀ ਦੀ ਪਾਵਨ ਬਾਣੀ ਪੜ੍ਹਦੇ ਆ, ਸਾਹਿਬ ਜੀ ਕਹਿੰਦੇ ਇਸ ਦਰ ਦੇ ਉੱਤੇ ਤਾਂ ਕੋਈ 10 ਨੂੰਹਾਂ ਦੀ ਕਿਰਤ ਕਮਾਈ ਕਰਦਾ ਹੋਇਆ ਭਾਈ ਲਾਲੋ ਵਰਗਾ ਵੀ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੈ। ਕੋਈ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹੜੇ ਆਪ ਹੱਥੀ ਗੁਰੂ ਘਰ ਦੇ ਵਿੱਚ 100 ਸਾਲ ਤੋਂ ਵੱਧ ਅਰਬਲਾ ਹੋ ਗਈ ਏ ਆਏ ਗਿਆਂ ਦੀ ਸੇਵਾ ਕਰਦੇ ਨੇ, ਹੱਥੀ ਕਿਰਤ ਕਮਾਈ ਕਰ ਰਹੇ ਨੇ, ਉਹ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਏ ਨੇ, ਸਹਾਈ ਨੇ। ਇਹੋ ਜਿਹੇ ਸੰਤ ਸਹਾਈ ਜਦੋਂ ਆਪਾਂ ਸਤਿਗੁਰ ਜੀ ਦੀ ਬਾਣੀ ਪੜ੍ਹਦੇ ਹਾਂ, ਸਾਹਿਬ ਜੀ ਕਹਿੰਦੇ ਸੰਤ ਸਹਾਈ ਰਾਮ ਕੇ। ਕਿਹਦੇ? ਜਿਹੜੇ ਰਮੇ ਹੋਏ ਅਕਾਲ ਪੁਰਖ ਦੇ ਨਾਲ ਜੁੜੇ ਹੋਏ ਨੇ। ਸਾਹਿਬ ਜੀ ਕਹਿੰਦੇ ਉਹ ਸੰਤ ਸਹਾਈ ਨੇ ਜਿਨ੍ਹਾਂ ਨੇ ਕੱਲਾ ਨਾ ਕਰਕੇ ਸੰਤ ਲਵਾਇਆ ਏ। ਸਾਹਿਬ ਜੀ ਕਹਿੰਦੇ ਬਹੁਤੇ ਹੋ ਸਕਦੇ ਨੇ ਪਰ ਪਰਖ ਇੱਕ ਹੀ ਏ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰਬਾਣੀ ਵਰਗਾ ਬਣਾਇਆ ਹੋਇਆ। ਸਾਹਿਬ ਜੀ ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਹਾਉ ਤਿਨ ਕੈ ਲਾਗਾ ਪਾਏ। ਸਾਹਿਬ ਜੀ ਕਹਿੰਦੇ ਜਿਹੜੇ ਸੰਤ ਜਨ ਨੇ, ਜਿਨ੍ਹਾਂ ਨੇ ਆਪ ਗੁਰੂ ਦੀ ਪਾਵਨ ਬਾਣੀ ਪੜ੍ਹੀਏ, ਪ੍ਰੇਮਾ ਭਗਤੀ ਦੇ ਨਾਲ ਗੁਰੂ ਦੇ ਨਾਲ ਸਾਂਝ ਪਾਈਏ, ਹਾਉ ਤਿਨ ਕੇ ਲਾਗਾ ਪਾਏ, ਮੈਂ ਉਹਨਾਂ ਦੇ ਚਰਨ ਧੂੜਾਂ ਦਾ ਸੰਗ ਪ੍ਰਾਪਤ ਕਰਨਾ ਲੋਚਦਾ। ਭਾਵ ਮੈਂ ਉਹਨਾਂ ਦੀ ਸੰਗਤ ਕਰਨਾ ਲੋਚਦਾ ਵਾਂ, ਜਿਸ ਸੰਗਤ ਦੀ ਬਰਕਤ ਦੇ ਰਾਹੀਂ ਮੇਰੇ ਜੀਵਨ ਦੇ ਵਿੱਚ ਵੀ ਬਦਲਾਅ ਆ ਸਕਦਾ ਹੈ। ਸੰਗਤ ਹੀ ਸੀ ਉਹ ਜਿਸ ਸੰਗਤ ਦੀ ਬਦੌਲਤ ਦੇ ਰਾਹੀਂ ਭਾਈ ਲਹਿਣਾ ਜੀ ਗੁਰੰਗਤ ਦੇ ਪਾਤਸ਼ਾਹ ਮਹਾਰਾਜ ਬਣ ਗਏ। ਇੱਕ ਘੜੀ ਦੀ ਸੰਗਤ ਹੀ ਸੀ ਕਿ ਬਾਬਾ ਅਮਰਦਾਸ ਜੀ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਣ ਗਏ। ਉਹ ਸੰਗਤ ਹੀ ਸੀ ਜਿਹੜੀ ਗਲੀ ਦੇ ਵਿੱਚ ਰੁਲਦੇ ਹੋਏ ਭਾਈ ਜੇਠੇ ਨੂੰ ਗੁਰੂ ਘਰ ਦੇ ਨਾਲ ਜੋੜ ਦਿੱਤਾ। ਤੇ ਉਸ ਸੰਗਤ ਦੀ ਬਰਕਤ ਦੇ ਨਾਲ ਹੀ ਉਹ ਜੇਠਾ ਜਿਹੜਾ ਕਦੀ ਗਲੀਆਂ ਦੇ ਵਿੱਚ ਰੁਲਦਾ ਸੀ, ਤਾਂ ਗੁਰੂ ਨੇ ਇਹੋ ਜੀ ਪਦਵੀ ਬਖਸ਼ ਦਿੱਤੀ, ਇਹੋ ਜਿਹਾ ਉਸ ਦਾ ਘਰ ਬਣਾ ਦਿੱਤਾ। ਅੱਜ ਕੁੱਲ ਲਕਾਈ ਕਹਿੰਦੀ ਏ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜੀ, ਕਿ ਬਾਲਕ ਜੇਠੇ ਤੇਰੇ ਦਰ ਵਰਗਾ ਦਰ ਦੂਜਾ ਕੋਈ ਨਹੀਂ ਇਸ ਸੰਸਾਰ ਦੇ ਵਿੱਚ। ਤਾਂ ਬਾਲਕ ਜੇਠੇ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਦਵੀ ਦੇ ਉੱਤੇ ਬਖਸ਼ਿਸ਼ ਕਰ ਦਿੱਤੀ। ਸਾਹਿਬ ਜੀ ਨੇ ਹਾਉ ਤਿਨ ਕੇ ਲਾਗਾ ਪਾਏ, ਮੈਂ ਉਹਨਾਂ ਦੀ ਸੰਗਤ ਲੋਚਦਾ ਵਾਂ ਜਿਨ੍ਹਾਂ ਨੇ ਸੱਚ ਕਰਕੇ ਆਪਣੇ ਜੀਵਨ ਨੂੰ ਗੁਰੂ ਦੇ ਮਾਰਗ ਦੇ ਉੱਤੇ ਤੋਰਿਆ ਹੋਇਆ ਹੈ। ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਹੀਂ ਜਾਏ। ਸਾਹਿਬ ਜੀ ਕਹਿੰਦੇ ਮੈਂ ਦੂਸਰਾ ਭਾ ਆਪਣੇ ਜੀਵਨ ਦੇ ਵਿੱਚੋਂ ਖਤਮ ਕਰਕੇ
ਸਿਰਫ ਇੱਕ ਗੁਰੂ ਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਸਾਂਝ ਪਾਈ ਹੋਈ ਹੈ। ਸਾਹਿਬ ਜੀ ਕਹਿੰਦੇ ਅੱਸੂ ਦਾ ਮਹੀਨਾ ਆਇਆ ਏ, ਇੱਕ ਪ੍ਰਣ ਕਰ ਲਈ ਆਪਣੇ ਮਨ ਦੇ ਵਿੱਚ ਕਿ ਇਸ ਨਾਨਕ ਨਿਰਮਲ ਪਾਂਧੀ ਦਾ ਅਗਰ ਕੋਈ ਮੈਨੂੰ ਰਸਤੇ ਦੇ ਉੱਤੇ ਤੋਰ ਸਕਦਾ ਏ, ਇਸ ਰਸਤੇ ਦਾ ਕੋਈ ਪਾਂਧੀ ਬਣਾ ਸਕਦਾ ਏ, ਤਾਂ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਿਚਾਰਧਾਰਾ ਏ, ਪਾਵਨ ਬਾਣੀ ਏ। ਇਸ ਬਾਣੀ ਤੋਂ ਇਲਾਵੇ ਹੋਰ ਕੋਈ ਉਹ ਥਾਂ ਨਹੀਂ ਜਿਹੜਾ ਤੈਨੂੰ ਇਸ ਬਾਬੇ ਨਾਨਕ ਦੇ ਨਿਰਮਲ ਰਾਹ ਦਾ ਪਾਂਧੀ ਬਣਾ ਸਕਦਾ। ਕਿਉਂਕਿ ਸਤਿਗੁਰ ਜੀ ਨੇ ਇਸ ਰਸਤੇ ਨੂੰ ਇੰਨਾ ਸੁਖੈਨ ਕਰਕੇ ਸਿੱਖ ਦੇ ਜੀਵਨ ਦੇ ਵਿੱਚ ਦਰਸਾ ਦਿੱਤਾ। ਸਾਹਿਬ ਜੀ ਕਹਿੰਦੇ ਬਹੁਤੇ ਸਿੱਖਾ ਤੈਨੂੰ ਅਡੰਬਰ ਕਰਨ ਦੀ ਲੋੜ ਨਹੀਂ, ਆ ਵੇਖ ਗੁਰੂ ਦੇ ਦਰ ਦੇ ਉੱਤੇ ਆ ਕੇ ਤੂੰ ਗੁਰਬਾਣੀ ਦੇ ਨਾਲ ਜੁੜੀ, ਤੇਰਾ ਜੀਵਨ ਆਪੇ ਨਿਹਾਲ ਹੋ ਜਾਵੇਗਾ। ਖੰਡੇ ਬਾਟੇ ਦੀ ਪਹੁਲ ਆਪਣੇ ਜੀਵਨ ਦੇ ਵਿੱਚ ਲਈ ਜਿਹੜੀ ਰਹਿਤ ਗੁਰੂ ਨੇ ਦਸੀਏ ਰਹਿਤ ਕਮਾਲਵੀਂ, ਤੇਰਾ ਜੀਵਨ ਆਪਣੇ ਆਪ ਹੀ ਨਿਹਾਲ ਬਣ ਜਾਵੇਗਾ। ਕੋਈ ਸਤਿਗੁਰ ਜੀ ਨੇ ਵਿਲ ਵਾਂਗ ਰਹਿਣ ਹੀ ਨਹੀਂ ਦਿੱਤਾ। ਲੋਕ ਕਹਿੰਦੇ ਸਨ ਸਾਡੇ ਕੋਲ ਆਓ, ਘਰ ਪਰਿਵਾਰ ਛੱਡ ਕੇ ਆਓ, ਸਾਰਾ ਕੁਝ ਦਾਨ ਕਰ ਦਿਓ ਤਾਂ ਤੁਹਾਨੂੰ ਸਵਰਗਾਂ ਦੇ ਵਿੱਚ ਪਹੁੰਚਾ ਦੇਵਾਂਗੇ। ਪਰ ਬਾਬੇ ਨਾਨਕ ਦਾ ਨਿਰਮਲ ਪੰਥ ਕੁਝ ਇਹੋ ਜਿਹਾ ਸੀ, ਸਤਿਗੁਰ ਜੀ ਕਹਿੰਦੇ ਮੈਂ ਆਪਣੇ ਸਿੱਖ ਨੂੰ ਨਾ ਨਰਕ ਦਾ ਲਾਲਚ ਦਿੰਦਾ ਨਾ ਸਵਰਗ ਦਾ ਲਾਲਚ ਦਿੰਦਾ ਵਾਂ। ਇਸੇ ਜੀਵਨ ਦੇ ਵਿੱਚ ਰਹਿੰਦੇ ਹੋਏ ਹੀ ਮੈਂ ਉਸ ਦੇ ਜੀਵਨ ਨੂੰ ਸਵਰਗਾਂ ਵਰਗਾ ਬਣਾ ਦੇਵਾਂਗਾ। ਮੈਂ ਇਸੇ ਜੀਵਨ ਦੇ ਵਿੱਚ, ਇਸੇ ਕਾਲ ਖੰਡ ਦੇ ਵਿੱਚ ਉਸ ਦੇ ਜੀਵਨ ਨੂੰ ਦੇਵਤਿਆਂ ਵਰਗਾ ਬਣਾ ਦੇਵਾਂਗਾ। ਜਿੱਥੇ ਕਹਿੰਦੇ ਸਨ ਸਵਰਗਾਂ ਦੇ ਵਿੱਚ ਦੇਵਤੇ ਰਹਿੰਦੇ ਨੇ, ਸਾਹਿਬ ਜੀ ਕਹਿੰਦੇ ਮੈਂ ਆਪਣੇ ਸਿੱਖ ਦਾ ਘਰ ਜਿਹੜਾ ਹੈ ਸਵਰਗ ਵਰਗਾ ਬਣਾ ਦੇਵਾਂਗਾ, ਤਾਂ ਉਸ ਦੇ ਵਿੱਚ ਰਹਿੰਦਾ ਹੋਇਆ ਸਿੱਖ ਮੇਰਾ ਦੇਵਤੇ ਦੇ ਵਰਗੂ। ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ ਤਾਂ ਸਾਹਿਬ ਜੀ ਕਹਿੰਦੇ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਤੇ ਦੂਜੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਘਰ ਘਰੇ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ। ਸਾਹਿਬ ਜੀ ਕਹਿੰਦੇ ਮੈਂ ਆਪਣੇ ਸਿੱਖ ਦਾ ਘਰ ਧਰਮਸ਼ਾਲਾ ਬਣਾ ਦੇਣਾ ਚਾਹੁੰਦਾ ਵਾਂ। ਹਰ ਇੱਕ ਘਰ ਸਿੱਖ ਦਾ ਘਰ ਧਰਮਸ਼ਾਲ ਹੋਵੇ, ਜਿਸ ਧਰਮਸ਼ਾਲ ਦੇ ਵਿੱਚੋਂ ਅੰਮ੍ਰਿਤ ਵੇਲੇ ਜਪਜੀ ਦੀ ਆਵਾਜ਼ ਆਵੇ, ਜਿਸ ਧਰਮਸ਼ਾਲ ਦੇ ਵਿੱਚੋਂ ਸੰਧਿਆ ਵੇਲੇ ਰਹਿਰਾਸ ਦੀ ਆਵਾਜ਼ ਆਵੇ, ਤੇ ਸੌਣ ਵੇਲੇ ਸੋਹਿਲਾ ਸਾਹਿਬ ਜੀ ਦੀ ਆਵਾਜ਼ ਆਵੇ। ਸਾਹਿਬ ਜੀ ਕਹਿੰਦੇ ਜਿਸ ਦਰ ਦੇ ਉੱਤੋਂ ਇਹ ਪਾਵਨ ਬਾਣੀ ਗਾਇਨ ਕੀਤੀ ਜਾਂਦੀ ਹੈ, ਪੜ੍ਹੀ ਗਈ, ਉਹ ਦਰ ਆਪਣੇ ਆਪ ਹੀ ਧਰਮਸ਼ਾਲਾ ਬਣ ਜਾਵੇ। ਉਸ ਦਰ ਦੇ ਉੱਤੇ ਗੁਰੂ ਆਪ ਹੀ ਖੁਸ਼ੀਆਂ ਦੀ ਬਰਕਤ ਦੇ ਦੇਵੇਗਾ। ਕਿਤੇ ਜਾਣ ਕੇ ਅੱਡ ਝੋਲੀ ਅੱਡਣ ਦੀ ਲੋੜ ਹੀ ਨਹੀਂ, ਜਿਸ ਨੇ ਆਪਣੇ ਘਰ ਨੂੰ ਹੀ ਧਰਮਸ਼ਾਲਾ ਬਣਾ ਦਿੱਤਾ। ਕਿਉਂਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਅੱਜ ਇਹੋ ਜਿਹਾ ਸਰੂਪ ਅੱਜ ਆਪਾਂ ਗੁਰਦੁਆਰਾ ਸਾਹਿਬ ਦਾ ਦੇਖਦੇ ਹਾਂ, ਇਹੋ ਜਿਹਾ ਨਹੀਂ ਸੀ। ਸਤਿਗੁਰ ਜੀ ਨੇ ਤੇ ਧਰਮਸ਼ਾਲਾਵਾਂ ਬਣਾਈਆਂ। ਸਾਹਿਬ ਜੀ ਜਿੱਥੇ ਵੀ ਗਏ, ਜਿਸ ਵੀ ਗੁਰੂ ਨੂੰ ਉਪਦੇਸ਼ ਦਿੱਤਾ, ਸਿੱਖ ਨੂੰ ਉਪਦੇਸ਼ ਦਿੱਤਾ, ਉਸੇ ਥਾਂ ਦੇ ਉੱਤੇ ਧਰਮਸ਼ਾਲਾ ਬਣਾ ਦਿੱਤੀ। ਸੱਜਣ ਵਰਗੇ ਜਿਹੜੇ ਪੁੱਠੇ ਰਾਹ ਤੇ ਤੁਰੇ ਸੀ, ਬਾਬੇ ਨਾਨਕ ਨੇ ਇਸ ਨਿਰਮਲ ਪੰਥ ਦੇ ਪਾਂਧੀ ਬਣਾ ਕੇ ਉਸ ਦੇ ਦਰ ਨੂੰ ਧਰਮਸ਼ਾਲਾ ਬਣਾ ਦਿੱਤਾ। ਭਾਈ ਲਾਲੋ ਵਰਗੇ ਜਿਹੜੀ ਕੱਖਾਂ ਦੀ ਕੁੱਲੀ ਦੇ ਵਿੱਚ ਰਹਿੰਦੇ ਨੇ, ਬਾਬੇ ਨੇ ਗੁਰੂ ਦਾ ਉਪਦੇਸ਼ ਦੇ ਕੇ ਉਸ ਦੇ ਦਰ ਨੂੰ ਹੀ ਧਰਮਸ਼ਾਲਾ ਬਣਾ ਦਿੱਤਾ। ਸਾਹਿਬ ਜੀ ਕਹਿੰਦੇ ਮੈਂ ਲਾਲਚ ਨਹੀਂ ਦਿੰਦਾ ਕਿ ਤੈਨੂੰ ਸਵਰਗ ਮਿਲੇਗਾ ਨਰਕ। ਸਾਹਿਬ ਜੀ ਕਹਿੰਦੇ ਇਸੇ ਜੀਵਨ ਦੇ ਵਿੱਚ ਜਿਉਂਦੇ ਹੋਏ ਮੈਂ ਆਪਣੇ ਸਿੱਖ ਦਾ ਜੀਵਨ ਸਵਰਗਾਂ ਵਰਗਾ ਬਣਾ ਦੇਵਾਂਗੀ, ਕਿਤੇ ਉਹ ਸਤਿਗੁਰ ਜੀ ਦੇ ਨਿਰਮਲ ਰਾਹ ਦਾ ਪਾਂਧੀ ਤਾਂ ਬਣ ਸਕੇ। ਸਾਹਿਬ ਜੀ ਕਹਿੰਦੇ ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਹੀਂ ਜਾਏ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਸੱਚ ਕਰਕੇ ਸਾਹਿਬਾਂ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾਈ, ਜੀਵਨ ਕਿਹੋ ਜਿਹਾ ਹੋਇਆ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ, ਉਹਨਾਂ ਦਾ ਜੀਵਨ ਤ੍ਰਿਪਤ ਹੋ ਗਿਆ ਏ। ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਤਾਂ ਫਿਰ ਗੁਰੂ ਦੇ ਦਰ ਦੇ ਉੱਤੇ ਆ ਕੇ ਸਿੱਖ ਅਰਦਾਸ ਕਰਦਾ ਹੈ, ਸਾਹਿਬ ਜੀ ਮਨ ਦੇ ਵਿੱਚ ਤ੍ਰਿਪਤੀ ਬਖਸ਼ ਦਿੱਤੀ, ਤ੍ਰਿਪਤ ਹੋ ਗਿਆ, ਸੰਤੋਖ ਆ ਗਿਆ ਹੈ, ਤੇ ਆਪਣੇ ਚਰਨਾਂ ਦੇ ਨਾਲ ਜੋੜਨ ਦੀ ਕਿਰਪਾਲਤਾ ਵੀ ਕਰੋ। ਤੇ ਸਾਹਿਬ ਜੀ ਕਹਿੰਦੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੇ ਗੁਰੂ ਦੇ ਨਾਲ ਸਾਂਝ ਪਾ ਲਈਏ,
ਬੰਦ ਬੰਦ ਤਾਂ ਕੱਟੇ ਗਏ ਪਰ ਗੁਰੂ ਦੇ ਨਾਲੋਂ ਕੋਈ ਵਿਛੋੜਾ ਨਹੀਂ ਪਾ ਪਾਇਆ। ਕਹਿੰਦੇ ਸਿੱਖ ਦੇ ਕੇਸਾਂ ਦੇ ਨਾਲ ਇਹ ਗੁਰੂ ਦੇ ਨਾਲ ਜੁੜਿਆ ਹੋਇਆ ਹੈ, ਇਸ ਦੇ ਕੇਸ ਕਤਲ ਕਰਾ ਦਿਓ। ਕੇਸ ਨਹੀਂ ਸਿੱਖ ਦੇ ਕਤਲ ਹੋਏ ਤਾਂ ਕਹਿੰਦੇ ਖੋਪਰ ਲਾ ਦਿਓ ਰੰਬੀ ਦੇ ਨਾਲ, ਇਹ ਗੁਰੂ ਦੇ ਨਾਲੋਂ ਟੁੱਟ ਜਾਏਗਾ। ਪਰ ਧੰਨ ਗੁਰੂ ਦੇ ਸਿੱਖ ਸਾਹਿਬ ਜੀ ਕਹਿੰਦੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ। ਗੁਰੂ ਦੇ ਸਿੱਖ ਦਾ ਖੋਪਰ ਤਾਂ ਲੈ ਗਿਆ ਰੰਬੀ ਦੇ ਨਾਲ, ਪਰ ਗੁਰੂ ਦੇ ਨਾਲੋਂ ਸਾਂਝ ਨਹੀਂ ਟੁੱਟ ਪਾਈ ਉਸਦੀ। ਤੇ ਸਹਿਜੇ ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਛਣ ਨਾਏ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ। ਸਾਹਿਬ ਜੀ ਕਹਿੰਦੇ ਅਸੂ ਦਾ ਮਹੀਨਾ ਆਇਆ ਏ, ਆਪਣੇ ਜੀਵਨ ਨੂੰ ਸੱਚ ਦੇ ਰਾਹ ਦੇ ਉੱਤੇ ਤੋੜਨਾ ਏ, ਘਰ ਦੇ ਵਿੱਚ ਖੁਸ਼ੀਆਂ ਲੋੜਨਾ ਏ, ਤਾਂ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰ ਰਾਏ। ਅਸੂ ਦਾ ਮਹੀਨਾ ਉਹਨਾਂ ਦੇ ਲਈ ਸੁਖਮਈ ਬਣ ਜਾਂਦਾ ਏ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਦੀਆਂ ਨਜ਼ਰਾਂ ਦਾ ਪਾਤਰ ਬਣਾ ਲਿਆ। ਸਾਹਿਬ ਜੀ ਕਿਰਪਾ ਕਰਨ ਜੋ ਸਾਹਿਬਾਂ ਨੇ ਇਸ ਅਸੂ ਦੇ ਮਹੀਨੇ ਦੇ ਰਾਹੀਂ ਸਾਨੂੰ ਉਪਦੇਸ਼ ਦਿੱਤਾ ਏ, ਜੋ ਗੁਰਮਤ ਦ੍ਰਿੜ ਕਰਵਾਈ ਏ, ਜਿਸ ਨਾਨਕ ਨਿਰਮਲ ਰਾਹ ਦੇ ਸਾਹਿਬਾਂ ਨੇ ਪਾਂਧੀ ਬਣਾਇਆ ਏ, ਉਸ ਰਾਹ ਦੇ ਪਾਂਧੀ ਬਣੀਏ ਤਾਂ ਜੋ ਸਾਡਾ ਜੀਵਨ ਸਹਿਜੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਵਾਲਾ ਬਣ ਜਾਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੀਆਂ ਜੀ, ਭੁੱਲ ਗਲਤੀ ਦੀ ਖਿਮਾ ਬਖਸ਼ਣੀ। ਆਪ ਸਾਰੀਆਂ ਹੀ ਸੰਗਤਾਂ ਨੂੰ ਪੰਜਵੇਂ ਨਾਨਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਗੁਰਤਾ ਗੱਦੀ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।